चलते चलते चैनल विच प्यारे दोस्तों अज एक बहुत ही इंटरस्टिंग टॉपिक मैं तुहाडे वास्ते लैके आया। इसका नाम है मैत्री साधना। मैत्री साधना एक मैਡੀਟੇਸ਼ਨ टैक्नीक है जिस दे नाल साडे जीवन विच जिहड़ा सानू गुस्सा आउंदा उहदे उत्ते असी काबू पा सकते हैं। आप सब जानते हो कि गुस्सा एक जहर है जिसकी कोई एंटीडोट नहीं है। गुस्सा साडे मन विच ही उत्पन्न हुंदा है ते उसनू अपने मन विच ही दमन करना हुंदा है। मैत्री साधना एक ऐसी मैਡੀਟੇਸ਼ਨ टैक्नीक है जिहड़ी महात्मा बुद्ध ने जिसका आविष्कार किया। बेसिकली महात्मा बुद्ध ने सब तो पहले तो अपने गुस्से ते काबू किया ते समस्त संसार दे लोगां नूं गुस्से नूं खत्म करन लई, गुस्से नूं दमन करन लई इस मैਡੀਟੇਸ਼ਨ विधि का आविष्कार किया। इस तो पहले कि मैं आप जी नाल इस बारे डिस्कस करा कि ये मैਡੀਟੇਸ਼ਨ टैक्नीक किवें कीती जावे, मैं एक छोटी जी कथा महात्मा बुद्ध बारे एक संखेप विच तुहाडे नाल सांझी करनी चाहता हाँ। एक्चुअली मैत्री साधना की नींव उस दिन ही रखी गई सी जिस दिन महात्मा बुद्ध का जन्म होया सी। कहा जाता है कि 563 पूर्व ईस्वी विच कपिलवस्तु विच जिस वेले महात्मा बुद्ध का जन्म होया तां उसके पिता जिहड़े एक बहुत वड्डे उस समय के शासक सन शुद्धोधन, उन्होंने इसका जन्म उत्सव मनाया। महारानी माया भी उस दिन बहुत खुश सी। चारे पास्यों पंडित बुलाए गए। पंडितां ने जिस वेले नव जन्म बच्चे नूं देखिया तां उन्होंने उस वेले एक भविष्यवाणी की। उस भविष्यवाणी नूं सुन के महाराजा शुद्धोधन थोड़ा अफसोस विच चले गया, क्योंकि उन्हां दी भविष्यवाणी सी कि जां तां ये बच्चा चक्रवर्ती सम्राट बनेगा जां फिर ये एक सन्यासी बनेगा। सन्यासी दे शब्द महाराजा शुद्धोधन नूं वधिया नहीं लगे, उन्होंने हजम नहीं होए। वो चाहते सन कि उन्हों का बच्चा चक्रवर्ती सम्राट ही बने। सो इस करके उन्होंने उस दिन ही प्रण लिया कि जिंदगी की हर खुशी, जिंदगी का हर तरह का भोग विलास वो अपने बच्चे वास्ते मौजूद कर देंगे। ऋतुओं के मुताबिक, मौसमां के मुताबिक महात्मा बुद्ध वास्ते महल बनाए गए। कपिलवस्तु की दूरी दूरी तक दुख, कष्ट, बुढ़ापा, बीमारी बिल्कुल अलोप कर दी गई।
ਤਾਂ ਕਿ ਬਾਲਕ ਸਿਧਾਰਥ ਨੂੰ ਮਨੁੱਖੀ ਕਸ਼ਟ ਬਾਰੇ ਬਿਲਕੁਲ ਹੀ ਪਤਾ ਨਾ ਚੱਲੇ। ਤੇ ਪਿਆਰੇ ਦੋਸਤੋ, ਬੜੀ ਹੀ ਅਲਪ ਆਯੂ ਵਿੱਚ ਸਿਧਾਰਥ ਦਾ ਵਿਆਹ ਇੱਕ ਬਹੁਤ ਹੀ ਖੂਬਸੂਰਤ ਲੜਕੀ ਯਸ਼ੋਧਰਾ ਨਾਲ ਕਰ ਦਿੱਤਾ ਗਿਆ। ਮਹਾਤਮਾ ਬੁੱਧ ਜਿਹੜੇ ਪਹਿਲੇ ਸਿਧਾਰਥ ਸਨ, ਉਹ ਇੱਕ ਖੂਬਸੂਰਤ ਬੱਚੇ ਦੇ ਪਿਤਾ ਬਣੇ ਜਿਸ ਦਾ ਨਾਮ ਰਾਹੁਲ ਸੀ। ਤੇ ਮਹਾਤਮਾ ਬੁੱਧ ਨੇ ਤਕਰੀਬਨ ਆਪਣੇ 29 ਸਾਲ ਦੀ ਉਮਰ ਤੱਕ ਕੋਈ ਵੀ ਦੁੱਖ ਕਸ਼ਟ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ। ਉਹਨਾਂ ਨੇ ਆਪਣੀਆਂ ਅੱਖਾਂ ਨਾਲ ਬੁਢਾਪਾ ਨਹੀਂ ਦੇਖਿਆ, ਬਿਮਾਰੀ ਨਹੀਂ ਦੇਖੀ, ਇੱਥੋਂ ਤੱਕ ਕਿ ਉਹ 29 ਵਰ੍ਹਿਆਂ ਤੱਕ ਕੋਈ ਵੀ ਮੌਤ ਤੱਕ ਵੀ ਨਹੀਂ ਦੇਖ ਸਕੇ। ਪਰ ਅਚਨਚੇਤ 29 ਸਾਲ ਦੀ ਉਮਰ ਵਿੱਚ ਉਹਨਾਂ ਦੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਆਇਆ, ਜਿਸ ਵੇਲੇ ਉਹ ਇੱਕ ਬਸੰਤ ਰਿਤੂ ਵਿੱਚ ਘੁੰਮਣ ਗਏ। ਉਹਨਾਂ ਨੂੰ ਇਹ ਸਭ ਕੁਝ ਗੋਚਰ ਹੋਇਆ। ਉਹਨਾਂ ਨੇ ਆਪਣੀ ਯਾਤਰਾ ਵਿੱਚ ਵੇਖਿਆ, ਉਸ ਛੋਟੇ ਜਿਹੇ ਭ੍ਰਮਣ ਵਿੱਚ ਉਹਨਾਂ ਨੇ ਦੇਖਿਆ ਕਿ ਵਿਅਕਤੀ ਬਿਮਾਰ ਕਿਵੇਂ ਹੁੰਦਾ ਹੈ ਤੇ ਬਿਮਾਰ ਦੀ ਪੀੜਾ ਕੀ ਹੁੰਦੀ ਹੈ। ਉਹਨਾਂ ਨੇ ਦੇਖਿਆ ਕਿ ਬੰਦਾ ਓਲਡ ਕਿਵੇਂ ਹੁੰਦਾ ਹੈ ਤੇ ਓਲਡ ਦੇ ਵਿੱਚ ਓਲਡ ਏਜ ਵਿੱਚ ਜਾ ਕੇ ਬਾਡੀ ਵਿੱਚ ਡੀਜਨਰੇਟਿਵ ਚੇਂਜਸ ਕਿਵੇਂ ਆਉਂਦੀਆਂ। ਉਹਨਾਂ ਨੇ ਉਸੇ ਹੀ ਭ੍ਰਮਣ ਵਿੱਚ ਡੈਡ ਬਾਡੀ ਦੇਖੀ, ਮੌਤ ਦੇਖੀ, ਜਿਸ ਨੂੰ 4 ਵਿਅਕਤੀ ਸ਼ਮਸ਼ਾਨ ਘਾਟ ਲੈ ਕੇ ਜਾ ਰਹੇ ਸਨ। ਮਹਾਤਮਾ ਬੁੱਧ ਵਿਚਲਿਤ ਹੋ ਉਠੇ। ਮਹਾਤਮਾ ਬੁੱਧ ਨੂੰ ਕ੍ਰੋਧ ਆਇਆ, ਮਹਾਤਮਾ ਬੁੱਧ ਨੂੰ ਗੁੱਸਾ ਆਇਆ ਆਪਣੇ ਪਿਤਾ ਤੇ, ਮਹਾਰਾਣੀ ਮਹਾਮਾਇਆ ਤੇ, ਆਪਣੇ ਸਹਾਇਕ ਲੋਕਾਂ ਤੇ, ਜਿਨ੍ਹਾਂ ਨੇ ਉਸ ਨੂੰ ਅੱਜ ਤੱਕ ਇਹਨਾਂ ਆਪਦਾਵਾਂ ਬਾਰੇ ਜੋ ਜ਼ਿੰਦਗੀ ਵਿੱਚ ਆਉਂਦੀਆਂ ਹਨ, ਜੋ ਕਸ਼ਟ ਆਉਂਦੇ ਹਨ, ਜੋ ਦੁੱਖ ਆਉਂਦੇ ਹਨ, ਉਹਨਾਂ ਤੋਂ ਗੋਚਰ ਕਿਉਂ ਨਹੀਂ ਕਰਵਾਇਆ। ਉਹਨਾਂ ਦੇ ਨਾਲ ਉਹਨਾਂ ਦੇ ਪਿਤਾ ਨੇ ਦੁੱਖ ਨੂੰ ਰੂਬਰੂ ਕਿਉਂ ਨਹੀਂ ਕਰਾਇਆ। ਬਸ ਇੱਥੋਂ ਹੀ ਪਿਆਰੇ ਦੋਸਤੋ, ਉਹਨਾਂ ਦੀ ਜੰਗਲ ਵੱਲ ਨੂੰ ਯਾਤਰਾ ਸ਼ੁਰੂ ਹੁੰਦੀ ਹੈ। ਇਸੇ ਹੀ ਯਾਤਰਾ ਵਿੱਚ ਉਹ ਸਿਧਾਰਥ ਤੋਂ ਭਗਵਾਨ ਬੁੱਧ ਕਿਵੇਂ ਬਣੇ, ਇਹ ਇੱਕ ਬਹੁਤ ਲੰਬੀ ਹਿਸਟਰੀ ਹੈ। ਪਰ ਅੱਜ ਮੈਂ ਇਹ ਗਾਥਾ, ਜਿਹੜੀ ਕਿ ਅੱਜ ਤੋਂ ਤਕਰੀਬਨ 2600 ਸਾਲ ਪਹਿਲੇ ਦੀ ਗਾਥਾ ਹੈ, ਆਪ ਨਾਲ ਇਸ ਕਰਕੇ ਸਾਂਝੀ ਕਰ ਰਿਹਾ ਹਾਂ ਕਿ ਜਿਹੜਾ ਮੇਰਾ ਅੱਜ ਦਾ ਵਿਸ਼ਾ ਹੈ, ਮੈਤਰੀ ਸਾਧਨਾ, ਮਹਾਤਮਾ ਬੁੱਧ ਦਾ ਜੀਵਨ ਇਸੇ ਹੀ ਸਾਧਨਾ ਨਾਲ ਸ਼ੁਰੂ ਹੋਇਆ ਸੀ। ਕਿਉਂਕਿ ਉਹ ਕਿਸੇ ਤਰ੍ਹਾਂ ਨਾਲ ਸਭ ਤੋਂ ਪਹਿਲੇ ਆਪਣੇ ਗੁੱਸੇ ਨੂੰ ਖਤਮ ਕਰਨਾ ਚਾਹੁੰਦੇ ਸਨ, ਆਪਣੇ ਗੁੱਸੇ ਦਾ ਦਮਨ ਕਰਨਾ ਚਾਹੁੰਦੇ ਸਨ। ਜਿਹੜਾ ਉਹਨਾਂ ਦੇ ਮਨ ਵਿੱਚ ਵੈਰ ਦੀ ਉਤਪਤੀ ਹੋ ਚੁੱਕੀ ਸੀ, ਉਸ ਨੂੰ ਉਹ ਖਤਮ ਕਰਨਾ ਚਾਹੁੰਦੇ ਸਨ। ਮਹਾਤਮਾ ਬੁੱਧ ਇੱਕ ਬਹੁਤ ਹੀ ਉੱਚ ਕੋਟੀ ਦੇ ਸਪੋਰਟਸਮੈਨ ਸਨ, ਉੱਚ ਕੋਟੀ ਦੇ
ਘੁੜਸਵਾਰ ਸਨ, ਉੱਚ ਕੋਟੀ ਦੇ ਵਿਦਵਾਨ ਸਨ, ਕਿਉਂਕਿ ਉਹਨਾਂ ਦੇ ਪਿਤਾ ਨੇ ਇਹ ਸਭ ਕੁਝ ਅੱਜ ਤੱਕ ਉਹਨਾਂ ਵਾਸਤੇ ਉਪਲਬਧ ਕਰਵਾਇਆ ਸੀ। ਆਨਾਪਾਨਾਸਤੀ ਮਹਾਤਮਾ ਬੁੱਧ ਦੀ ਮੈਡੀਟੇਸ਼ਨ ਦੀ ਪਹਿਲੀ ਕਾਢ ਸੀ। ਪਿਆਰੇ ਦੋਸਤੋ, ਆਨਾਪਾਨਾਸਤੀ ਦਾ ਸ਼ਬਦ ਤੁਹਾਨੂੰ ਔਖਾ ਜਿਹਾ ਲੱਗ ਰਿਹਾ ਹੋਵੇਗਾ, ਪਰ ਉਸ ਵੇਲੇ ਪਾਲੀ ਲੋਕ ਕਥਾਵਾਂ ਵਿੱਚ, ਪਾਲੀ ਲੈਂਗੁਏਜ ਵਿੱਚ ਮਹਾਤਮਾ ਬੁੱਧ ਨੇ ਆਪਣਾ ਸਾਰਾ ਲਿਟਰੇਚਰ ਰਚਿਆ ਸੀ। ਮਹਾਤਮਾ ਬੁੱਧ 2 ਦਿਨ ਤੋਂ ਵੱਧ ਕਿਸੇ ਥਾਂ ਤੇ ਟਿਕ ਕੇ ਨਹੀਂ ਰਹਿੰਦੇ ਸਨ। ਮਹਾਤਮਾ ਬੁੱਧ ਆਪਣੇ ਜੀਵਨ ਵਿੱਚ 80,000 ਥਾਵਾਂ ਉੱਤੇ ਗਏ। ਮਹਾਰਾਜਾ ਅਸ਼ੋਕ ਨੇ ਕਿਹਾ ਜਾਂਦਾ ਹੈ ਕਿ ਆਪਣੇ ਸ਼ਾਸਨ ਕਾਲ ਵਿੱਚ ਜਿਸ ਵੇਲੇ ਮਹਾਤਮਾ ਬੁੱਧ ਤੇ ਅਧਿਐਨ ਕੀਤਾ ਤਾਂ ਉਹਨਾਂ ਨੇ 80,000 ਮੰਦਰਾਂ ਦਾ ਮਹਾਤਮਾ ਬੁੱਧ ਨਾਲ, ਮਹਾਤਮਾ ਬੁੱਧ ਦੇ ਸੰਦਰਭ ਵਿੱਚ ਨਿਰਮਾਣ ਕੀਤਾ ਸੀ। ਆਨਾਪਾਨਾਸਤੀ ਇੱਕ ਉਹਨਾਂ ਦੀ ਬਿਹਤਰੀਨ ਮੈਡੀਟੇਸ਼ਨ ਸੀ, ਮੈਡੀਟੇਸ਼ਨ ਟੈਕਨੀਕ ਸੀ, ਜਿਸ ਰਾਹੀਂ ਉਹ ਮੈਤਰੀ ਸਾਧਨਾ ਤੱਕ ਪਹੁੰਚੇ ਸਨ। ਆਨਾਪਾਨਾਸਤੀ ਤੋਂ ਹੋ ਕੇ ਮੈਤਰੀ ਸਾਧਨਾ ਤੱਕ ਜਿਸ ਵੇਲੇ ਉਹਨਾਂ ਨੇ ਅਭਿਆਸ ਕੀਤਾ ਸੀ ਤਾਂ ਉਹ ਆਪਣੇ ਜੀਵਨ ਵਿੱਚੋਂ ਗੁੱਸੇ ਨੂੰ ਸਦਾ ਲਈ ਅਲੋਪ ਕਰ ਪਾਏ ਸੀ। ਇਸ ਤੋਂ ਬਾਅਦ ਉਹਨਾਂ ਦੀ ਸਭ ਤੋਂ ਵੱਡੀ ਕਾਢ ਵਿਪਾਸਨਾ ਸੀ, ਵਿਪਾਸਨਾ ਮੈਡੀਟੇਸ਼ਨ। ਕਿਉਂਕਿ ਅੱਜ ਦਾ ਆਪਣਾ ਇਹ ਵਿਸ਼ਾ ਨਹੀਂ ਹੈ, ਇਸ ਕਰਕੇ ਮੈਂ ਆਪਣਾ ਫੋਕਸ ਅੱਜ ਮੈਤਰੀ ਸਾਧਨਾ ਤੱਕ ਰੱਖਣਾ ਚਾਹੁੰਦਾ ਹਾਂ। ਪਿਆਰੇ ਦੋਸਤੋ, ਇਸ ਤੋਂ ਪਹਿਲੇ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਮੈਤਰੀ ਸਾਧਨਾ ਅਸੀਂ ਕਿਵੇਂ ਕਰੀਏ, ਮਨੁੱਖੀ ਮਨ ਹਮੇਸ਼ਾ ਇਹ ਲੋਚਦਾ ਹੈ ਕਿ ਜੇ ਮੈਂ ਕੋਈ ਕੰਮ ਕਰਨਾ ਹੈ ਤਾਂ ਕਿਉਂ ਕਰਨਾ ਹੈ, ਮੈਨੂੰ ਉਸ ਕੰਮ ਤੋਂ ਕੀ ਪ੍ਰਾਪਤੀ ਹੋਏਗੀ, ਮੈਨੂੰ ਉਸ ਕੰਮ ਦੇ ਕੀ ਫਾਇਦੇ ਹੋਣਗੇ। ਹੁਣ ਜਦ ਤੁਸੀਂ ਮੇਰੀ ਵੀਡੀਓ ਸੁਣ ਰਹੇ ਹੋ ਤਾਂ ਤੁਸੀਂ ਵੀ ਇਹ ਗੱਲ ਸੋਚ ਰਹੇ ਹੋਵੋਗੇ ਕਿ ਇੱਕ ਛੋਟੇ ਜਿਹੇ ਗੁੱਸੇ ਨੂੰ ਖਤਮ ਕਰਨ ਲਈ ਐਡੀ ਵੱਡੀ ਮੈਡੀਟੇਸ਼ਨ ਟੈਕਨੀਕ ਨੂੰ ਅਪਣਾਉਣ ਦਾ ਕੀ ਜ਼ਰੂਰਤ ਹੈ। ਆਮ ਤੌਰ ਤੇ ਸਾਧਕ ਕਹਿੰਦੇ ਹਨ ਕਿ ਜੇ ਸਾਨੂੰ ਗੁੱਸਾ ਚੜ੍ਹਦਾ ਹੈ ਤਾਂ ਅਸੀਂ ਠੰਡਾ ਪਾਣੀ ਪੀ ਲੈਂਦੇ ਹਾਂ, ਜਾਂ ਫਿਰ ਅੰਗਰੇਜ਼ਾਂ ਦੀ ਕਹਾਵਤ ਵਾਂਗੂ ਫਾਈਟ ਔਰ ਫਲੀ ਦਾ ਪਾਲਨ ਕਰਦੇ ਹਾਂ, ਜਾਂ ਤਾਂ ਉਸ ਸਿਚੁਏਸ਼ਨ ਦੇ ਨਾਲ ਲੜਦੇ ਹਾਂ ਜਾਂ ਉਸ ਤੋਂ ਦੂਰ ਹੋ ਜਾਂਦੇ ਹਾਂ, ਸਾਡਾ ਗੁੱਸਾ ਅਲੋਪ ਹੋ ਜਾਂਦਾ ਹੈ। ਪਰ ਅੱਜ ਮੈਂ ਤੁਹਾਨੂੰ ਸੁਜੈਸ਼ਨ ਦੇਣਾ ਚਾਹੁੰਦਾ ਹਾਂ ਕਿ ਇਹ ਸਭ ਸਾਧਨ ਗੁੱਸੇ ਨੂੰ ਟੈਂਪਰੇਰੀ ਤੁਹਾਡੇ ਜੀਵਨ ਵਿੱਚੋਂ ਅਲੋਪ ਕਰਦੇ ਹਨ। ਜੇਕਰ ਤੁਸੀਂ ਪੱਕੇ ਤੌਰ ਤੇ, ਪਰਮਾਨੈਂਟ ਤੌਰ ਤੇ ਆਪਣੇ ਜੀਵਨ ਵਿੱਚੋਂ ਗੁੱਸੇ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਤਰੀ ਸਾਧਨਾ ਦੀ ਵਿਸ਼ੇਸ਼ਤਾ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਕਿਉਂ ਕਰਨੀ ਹੈ ਮੈਤਰੀ ਸਾਧਨਾ? ਸਭ ਤੋਂ ਪਹਿਲਾ ਤਾਂ ਫਾਇਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਕਿ ਤੁਹਾਡੇ ਗੁੱਸੇ ਦਾ ਦਮਨ ਹੁੰਦਾ ਹੈ। ਇਸ ਦਾ ਦੂਸਰਾ ਫਾਇਦਾ ਜਿਹੜਾ ਮਹਾਤਮਾ ਬੁੱਧ ਨੇ ਉਸ ਵੇਲੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਇਹ ਸੀ ਕਿ ਇਸ ਸਾਧਨਾ ਨਾਲ ਤੁਹਾਨੂੰ ਨੀਂਦ ਬੜੀ ਗਹਿਰੀ ਆਉਂਦੀ ਹੈ। ਤੀਸਰੀ ਗੱਲ
ਮਹਾਤਮਾ ਬੁੱਧ ਨੇ ਜਿਹੜੀ ਇਹਦੀ ਵਿਸ਼ੇਸ਼ਤਾ ਵਿੱਚ ਲਿਖੀ ਸੀ ਕਿ ਜੇਕਰ ਤੁਸੀਂ ਮੈਤਰੀ ਸਾਧਨਾ ਕਰਦੇ ਹੋ ਤਾਂ ਤੁਸੀਂ ਸੁਖਮय ਢੰਗ ਨਾਲ ਸਵੇਰੇ ਉੱਠਦੇ ਹੋ। ਮਹਾਤਮਾ ਬੁੱਧ ਨੇ ਇਹ ਵੀ ਕਿਹਾ ਸੀ ਕਿ ਜੇਕਰ ਤੁਸੀਂ ਮੈਤਰੀ ਸਾਧਨਾ ਕਰਦੇ ਹੋ ਤਾਂ ਰਾਤ ਨੂੰ ਬੁਰੇ ਸੁਪਨੇ ਤੁਹਾਨੂੰ ਨਹੀਂ ਆਉਂਦੇ। ਮਹਾਤਮਾ ਬੁੱਧ ਨੇ ਲੋਕਾਂ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਤੁਸੀਂ ਮੈਤਰੀ ਸਾਧਨਾ ਕਰਦੇ ਹੋ ਤਾਂ ਤੁਹਾਡੀ ਅਮਨ ਮੈਤਰੀ ਪੈਦਾ ਹੁੰਦੀ ਹੈ। ਪਿਆਰੇ ਦੋਸਤੋ, ਅਮਨ ਮੈਤਰੀ ਦਾ ਮਤਲਬ ਇਹ ਹੈ ਕਿ ਅਜਿਹੇ ਜੀਵਾਂ ਦੇ ਨਾਲ ਮੈਤਰੀ, ਅਜਿਹੇ ਜੀਵਾਂ ਦੇ ਨਾਲ ਦੋਸਤੀ ਜਿਹੜੇ ਮਨੁੱਖ ਨਹੀਂ ਹਨ। ਜਿਵੇਂ ਜਾਨਵਰਾਂ ਨਾਲ ਦੋਸਤੀ, ਦਰਖਤਾਂ ਨਾਲ ਦੋਸਤੀ, ਪੇੜਾਂ ਨਾਲ ਦੋਸਤੀ, ਪੌਦਿਆਂ ਨਾਲ ਦੋਸਤੀ, ਪ੍ਰੇਤਾਂ ਨਾਲ ਦੋਸਤੀ, ਦੇਵਤਿਆਂ ਨਾਲ ਦੋਸਤੀ ਵੱਲ ਤੁਹਾਡਾ ਕਦਮ ਵੱਧਦਾ ਹੈ। ਮਹਾਤਮਾ ਬੁੱਧ ਨੇ ਕਿਹਾ ਸੀ ਕਿ ਜੇ ਤੁਸੀਂ ਇਸ ਯੂਨੀਵਰਸ ਵਿੱਚ ਹਰਮਨ ਪਿਆਰੇ ਬਣਨਾ ਹੈ ਤਾਂ ਮੈਤਰੀ ਸਾਧਨਾ ਜ਼ਰੂਰ ਕਰੋ। ਮਹਾਤਮਾ ਬੁੱਧ ਨੇ ਲੋਕਾਂ ਨੂੰ, ਆਪਣੇ ਚੇਲਿਆਂ ਨੂੰ ਇਸ ਗੱਲ ਬਾਰੇ ਵੀ ਸੁਚੇਤ ਕੀਤਾ ਸੀ ਕਿ ਜੇਕਰ ਅਸੀਂ ਮੈਤਰੀ ਸਾਧਨਾ ਕਰਦੇ ਹਾਂ ਤਾਂ ਸਾਡੇ ਚਿਹਰੇ ਵਿੱਚ ਸੁਹੱਪਣ ਆਉਂਦਾ ਹੈ, ਸਾਡਾ ਚਿਹਰਾ ਆਕਰਸ਼ਕ ਹੁੰਦਾ ਹੈ। ਮਹਾਤਮਾ ਬੁੱਧ ਨੇ ਇਸ ਸਾਧਨਾ ਜਾਂ ਇਸ ਮੈਡੀਟੇਸ਼ਨ ਦੀ ਖਾਸੀਅਤ ਦੱਸਦੇ ਹੋਏ ਆਪਣੇ ਸਾਧਕਾਂ ਨੂੰ ਦੱਸਿਆ ਸੀ ਕਿ ਵਿਅਕਤੀ ਦੀ ਮੌਤ ਇਸ ਸਾਧਨਾ ਨਾਲ ਸੁਖਾਲੀ ਹੋ ਜਾਂਦੀ ਹੈ। ਦੋਸਤੋ, ਵਿਅਕਤੀ ਕਿਸੇ ਵੀ ਤਣਾਅ ਜਾਂ ਦੁੱਖ ਨਾਲ ਇਸ ਧਰਤੀ ਤੋਂ ਵਿਦਾ ਨਹੀਂ ਲੈਂਦਾ। ਜਿਹੜੇ ਲੋਕ ਇਹ ਸਾਧਨਾ ਕਰਦੇ ਹਨ ਉਹਨਾਂ ਨੂੰ ਬ੍ਰਹਮ ਲੋਕ ਵਿੱਚ ਪੁਨਰ ਜਨਮ ਦਾ ਮੌਕਾ ਮਿਲਦਾ ਹੈ। ਪਿਆਰੇ ਦੋਸਤੋ, ਨਿਰਵਾਣ ਮਿਲਦਾ ਹੈ, ਪੁਨਰ ਨਿਰਵਾਣ ਮਿਲਦਾ ਹੈ। ਮਹਾਤਮਾ ਬੁੱਧ ਦਾ ਜੀਵਨ ਦਾ ਇੱਕ ਐਸਾ ਸਮਾਂ ਸੀ ਜਿਸ ਵੇਲੇ ਉਹ ਸਿਰਫ ਇੱਕ ਚਾਵਲ ਦਾ ਦਾਣਾ ਸਾਰਾ ਦਿਨ ਖਾਂਦੇ ਸਨ। ਸਾਰਾ ਦਿਨ ਵਿੱਚ ਸਿਰਫ ਇੱਕ ਚਾਵਲ ਦੇ ਦਾਣੇ ਤੇ ਉਹ ਆਪਣੀ ਸਾਧਨਾ ਕਰਦੇ ਸਨ। ਕਿਹਾ ਜਾਂਦਾ ਹੈ ਕਿ ਉਹਨਾਂ ਦਾ ਸਰੀਰ ਇਤਨਾ ਸੁੱਕ ਗਿਆ ਸੀ ਕਿ ਪੇਟ ਤੇ ਪਿੱਠ ਉਹਨਾਂ ਦੀ ਇੱਕ ਹੋ ਗਈ ਸੀ। ਨਿਰੰਜਨਾ ਨਦੀ ਨੂੰ ਜਿਸ ਵੇਲੇ ਉਹਨਾਂ ਨੇ ਗਿਆ ਦੇ ਵਿੱਚ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਅਸਮਰਥ ਹੋ ਗਏ ਸਨ। ਕੇਵਲ ਇੱਕ ਦਰਖਤ ਦਾ ਸਹਾਰਾ ਲੈ ਕੇ ਇੱਕ ਝੂਲਦੇ ਹੋਏ ਸਰੀਰ ਨਾਲ ਉਹ ਉੱਥੇ ਲਟਕ ਗਏ ਸਨ। ਬਹੁਤ ਦਰਖਤ ਦੇ ਨੀਚੇ ਫਿਰ ਜਦ ਉਹਨਾਂ ਨੇ ਸਾਧਨਾ ਕੀਤੀ ਸੀ ਤਾਂ ਉਹਨਾਂ ਦੀ ਯਾਤਰਾ ਦਾ ਤਕਰੀਬਨ ਉਹ 6ਵਾਂ ਵਰ੍ਹਾ ਸੀ। ਪਿੱਪਲ ਦੇ ਪੇੜ ਦੇ ਨੀਚੇ ਦੇਵੀ ਸੁਜਾਤਾ ਨੂੰ ਇਵੇਂ ਲੱਗਾ ਸੀ ਜਿਵੇਂ ਪੇੜ ਦਾ ਦੇਵਤਾ ਖੁਦ ਪੇੜ ਦੇ ਥੱਲੇ ਬੈਠਿਆ ਹੋਵੇ ਤੇ ਉਸਨੇ ਸੋਨੇ ਦੀ ਥਾਲੀ ਵਿੱਚ ਮਹਾਤਮਾ ਬੁੱਧ ਨੂੰ ਖੀਰ ਅਰਪਣ ਕੀਤੀ ਸੀ ਤੇ ਮਹਾਤਮਾ ਬੁੱਧ ਨੇ ਆਪਣੀ ਸਾਧਨਾ ਦੇ ਸਾਰੇ ਰੂਲ ਤੋੜ ਕੇ ਉਸ ਖੀਰ ਦਾ ਸਰਵਣ ਕੀਤਾ ਸੀ ਤੇ ਫਿਰ ਉਹਨਾਂ ਨੂੰ ਉਸੇ ਰਾਤ ਦਿਵਯ ਗਿਆਨ ਪੈਦਾ ਹੋਇਆ ਸੀ। ਸਾਡੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਹੈ
मैं नहीं चाहता कि तुसी मैत्री साधना या आनापानासती मैडिटेशन दी बहुत गहराई तक चले जाओ, पर मैं इस भौतिक जगत विच इस साधना दे बहुत सारे फायदे देखे हैं। ते ये सारे फायदे साडी फैमिली लाइफ वास्ते, साडे प्रोफैशन वास्ते, साडे कुलीग्स रिश्ते ते दोस्तां दे नाल संबंध गूढ़ करन वास्ते ये मैत्री साधना बड़ी विशेष साधना है। ते सब तो महत्वपूर्ण गल मैं तुहाडे नाल अज करनी चाहता हाँ कि ये मैडिटेशन टेक्नीक एक आसान मैडिटेशन टेक्नीक है। इसनू करन लई आप जी नू 3 स्टैप्स दे विचों गुजरना पैंदा है। पहला स्टैप महात्मा बुद्ध ने स्वे मैत्री दे उत्ते स्ट्रेस दिती है। स्वे मैत्री का मतलब है कि जगत नाल, जीवां नाल, लोकां नाल, देवतियां नाल, प्रेतां नाल दोस्ती करन तो पहले अपने खुद नाल दोस्ती करनी बहुत जरूरी है। अपने खुद नू पसंद करना बहुत जरूरी है। अपने आप उत्ते विश्वास रखना बहुत जरूरी है, जिसनू असी आधुनिक युग विच सैल्फ कॉन्फिडेंस कहते हैं। सो इस मैत्री साधना का सब तो पहला स्टैप स्वे मैत्री का है। इस साधना नू करन तो पहले तुहानू एक छोटी जही सैर करनी पवेगी। सिर्फ 5 या 10 कदम की सैर। 5 कदम, जिवें मैं हुण इत्थे खड़ा हाँ, 5 कदम मैं पिछे जा रहा हाँ, तुसी 5 कदम पिछे जाना है, ते फिर 5 कदम तुसी अगे आना है। ये 5 कदम पिछे या 10 कदम ते 5 कदम अगे जिस वेले जाना है तां तुसी धरती माता नू नमस्कार करना है, या धरती माता नू ही देख के एक कदम पुटने हैं, ते अपने मन विच एक कहना है कि सब लोग सुखी हो जाओ। मैं एक बार करके दिखाता हाँ। सब लोग सुखी हो जान, सब लोग सुखी हो जान, सब लोग सुखी हो जान, सब लोग सुखी हो जान। इस तरह नाल 5 या 10 कदम तुसी चहल कदमी करनी है, जिथे तुसी बैठ के ये साधना करनी चाहते हो, यानी सरबत का भला मंगना है। 10 कदम चहल कदमी करनी है, 10 कदम बार बार कहना है, ये जगत सुखी हो जाए, ये जगत सुखी हो जाए, ये जगत सुखी हो जाए। इस तो बाद तुसी बहुत ही एक आराम अवस्था विच बैठ जाना है। जेकर तुसी जमीन ते बैठना चाहते हो तो तुसी कोई भी आसन, जिवें सुख आसन या सिर्फ आलती पालती मार के तुसी जमीन ते बैठ सकते हो, जां तुसी अपनी कुर्सी ते बैठ सकते हो। तुसी जो मैं हुण अनुभव किया है, तुसी अपनी कार दे विच बैठ के ये मैत्री साधना कर सकते हो।
जिस वेले तुसी अपने वर्किंग प्लेस ते जा रहे हो, तुसी रात नूं सौण तो पहले अपने बैड ते चौंकड़ी मार के इस साधना नूं नेपरे चढ़ा सकते हो। ईवन मैं अभ्यास किया है कि तुसी खड़े रह के भी इस साधना नूं कर सकते हो। पर प्यारे दोस्तों, मैं आज सुजैसट करना चाहता हाँ कि इस साधना दे इस स्टैप विच तुहानू अपनियां अखां बंद रखनियां होणगियां। जे हो सके तो तुहानू अपने कन बंद रखने होणगे। तुहाडे अंदर दा शोर ते तुहाडे बाहर दा शोर खत्म होना चाहिदा है। अखां साडे दिमाग दा द्वार हन, जिस विचों बहुत सारे थॉट्स पॉजिटिव नैगेटिव निकल रहे हैं। इस द्वार नूं भी तुसी बंद करना होएगा। आराम नाल बैठ के हुण तुहानू आनापाना सती मैडिटेशन करनी होएगी। नाम ते ना जाओ प्यारे दोस्तों, आनापाना सती एक बहुत ही सिंपल टेक्निक है। तुहानू अपने नैचुरल साह दे प्रति साक्षी भाव दिखाना होगा। तुहानू अपनियां मन दियां अखां नाल जिहड़ा नैचुरल साह तुहाडे अंदर आ रहा है, तुहाडे बाहर जा रहा है, इसनू साक्षी भाव नाल तुसी देखना होगा। साधक दसदे हन कि ये एक बहुत औखी विधि है कि सानू पता ही नहीं चलता कि केड़ा साह अंदर जा रहा है, केड़ा साह बाहर जा रहा है। जिहड़े लोग शुरुआती दौर विच हन, उन्हां वास्ते मैं एक बहुत वधिया बड़ी आसान टेक्निक तुहानू दसना चाहता हाँ कि तुहानू किवें पता चलेगा कि साह अंदर आ रहा, साह बाहर जा रहा। तुसी अपनी उंगली अपनियां नासिकावां दे नीचे रख लेनी ते नैचुरली अपने साह नूं तुसी ऑब्जर्व करना। तुहानू अपनी उंगली ते एक बार गर्माहट महसूस होएगी, एक बार तुहानू अपनी उंगली सर्द लगेगी, ठंडी लगेगी। प्यारे दोस्तों, जिस वेले तुहानू तुहाडी उंगली दे उत्ते गर्माहट महसूस हुंदी है, इसका मतलब हुंदा है कि तुहाडा साह बाहर जा रहा है। जिस वेले इस उंगली दे विच तुसी ठंडक महसूस करते हो, तो इसका मतलब हुंदा है कि साह तुहाडे अंदर जा रहा। हौली हौली बगैर उंगली तो भी तुहानू पता लगना शुरू हो जाता है। तुसी बड़े साक्षी भाव नाल अपने अंदर जांदे साह ते बाहर जांदे साह नूं तुसी अपनियां मन दियां अखां नाल बड़े आराम नाल वाच सकते हो। महात्मा बुद्ध का कहना सी कि साडे सारे जीवन दी इक्को एक सच्चाई है, वो है साडा साह। असी इस साह नाल अपने अंदर दी यात्रा बहुत ही खूबसूरत ढंग नाल कर सकते हैं। सो प्यारे दोस्तों, तुसी बैठे हो या तुसी खड़े हो, अपनियां अखां बंद कर लो ते आनापाना सती दी मैडिटेशन तुसी शुरू कर दिओ। अपने साक्षी भाव नाल अंदर जांदी साह ते बाहर जांदे साह नूं बहुत ही गहनता नाल देखना शुरू कर दिओ ते फिर स्वै मैत्री शुरू करो। अपने आप नाल दोस्ती करना शुरू करो।
अपने आप ਨੂੰ कहो कि मेरा गुस्सा खत्म हो रहा है, मेरा वैर खत्म हो रहा है, मेरी ईर्खा खत्म हो रही है, मैं सुखी हो रहा हाँ, मैं सुखी हो रहा हाँ, मैं सुखी हो रहा हाँ, मेरे सारे दुख खत्म हो रहे हैं। इस प्रेयर ਨੂੰ ਤੁਸੀਂ ਆਪਣੇ ਮਨ ਹੀ ਮਨ 3 ਜਾਂ 4 ਵਾਰ ਦੁਹਰਾਓ। मैं एक बार फिर ਤੁਹਾਨੂੰ ਕਰਕੇ ਦੱਸਦਾ ਹਾਂ। ਮੇਰੀਆਂ ਅੱਖਾਂ ਬੰਦ ਹਨ ਪਿਆਰੇ ਦੋਸਤੋ। मैं आनापानासती कर चुका हाँ ਤੇ मैं ਹੁਣ ਇਹ ਗੱਲ ਆਖ ਰਿਹਾ ਹਾਂ कि मेरा गुस्सा खत्म हो रहा है, मेरे सारे वैर खत्म हो रहे हैं, मैं ईर्खा तो मुक्त हो रहा हाँ, मैं सुखी हो रहा हाँ, मैं सुखी हो रहा हाँ, मैं सुखी हो रहा हाँ। प्यारे दोस्तों, ये जिहड़ा शब्द है सुखी वाला, ये महात्मा बुद्ध ने 3 बार दोहरान लई कहा सी ते फिर अंत विच कहना है कि मेरे सारे दुख खत्म हो चुके हैं। इस तो बाद तुहाडी अपने आप नाल मित्रता हो जाएगी। हुण इस साधना का दूसरा स्टैप शुरू होता है। दूसरे स्टैप विच तुसी अपने रिश्ते, अपने दोस्त ते अपने परिवारिक मैंबर इस साधना विच लैणे हन। अपनियां मन दियां अखां नाल उन्हां सब नूं अपने सामने अपने मन की स्क्रीन ते लैके आना है ते फिर ये गल दोहरानी है कि मेरे परिवारिक मैंबरां दा गुस्सा खत्म हो रहा है, मेरे परिवारिक मैंबरां दी ईर्खा सदा ਲਈ खत्म हो रही है, मेरे परिवारिक मैंबरां दा वैर हमेशा वास्ते खत्म हो रहा है, मेरे सारे परिवारिक मैंबर, मेरे दोस्त, मेरे दुश्मन सुखी हो रहे हैं, सुखी हो रहे हैं, सुखी हो रहे हैं। सब दा दुख हमेशा वास्ते खत्म हो रहा है। प्यारे दोस्तों, जब तुसी इस दा मनन अपने रिश्ते ते अपने परिवारिक मैंबरां वास्ते करते हो तां तुहाडी मैत्री परिवारिक मैंबरां नाल हो जाती है। हुण तुसी अपनी साधना विच अपने नगर नूं लैके आना है। जिवें मैं लुधियाने विच रहिंदा हाँ तां मैं मनन करना है कि मेरे नगर लुधियाने दे सारे लोगों का गुस्सा खत्म हो रहा है, उन्हां दा आपसी वैर खत्म हो रहा है, उन्हां विच ईर्खा खत्म हो रही है, वो सुखी हो रहे हैं, वो सुखी हो रहे हैं, वो सुखी हो रहे हैं, उन्हां दा दुख खत्म हो रहा है। तुहाडी मैत्री समस्त शहर दे नाल हो जाएगी। प्रिय दोस्तों, ये मैं तुहानू आश्वासन दिंदा हाँ जेकर तुसी आनापानासती दे तो हुंदे हुए ये प्रार्थना करते हो। इस तो अगला स्टेप होवेगा कि तुसी अपनी साधना विच अपने देश नूं लैके आना है। मेरे देश के सारे लोग गुस्से नूं छड्ड रहे हैं, मेरे देश के सारे लोग ईर्खा नूं छड्ड रहे हैं, मेरे देश के सारे लोग आपसी भाईचारे विच विश्वास कर रहे हैं, सब सुखी हो रहे हैं, सब सुखी हो रहे हैं,
सब सुखी हो रहे हैं ते सब दा दुख हमेशा वास्ते खत्म हो रहा है। महात्मा बुद्ध ने फिर आदेश दिता सी कि इस साधना विच हुण तुसीं समस्त संसार नूं लैके आना है। वो चाहे साडे वीर विदेश विच हन, चाहे साडे वीर वो देश विच हन, समस्त संसार वास्ते तुसी ये आराधना करनी है कि समस्त संसार का गुस्सा खत्म हो रहा है, ईर्खा खत्म हो रही है, उन्हां दा वो सुखी हो रहे हैं, वो सुखी हो रहे हैं, वो सुखी हो रहे हैं, उन्हां दा सारा दुख खत्म हो रहा है। महात्मा बुद्ध ने कहा सी फिर चलदे चलदे तुसी सारी धरती वास्ते ये प्रार्थना करनी है ते फिर अंत विच तुसी समस्त ब्रह्मंड वास्ते ये प्रार्थना करनी है, अपनी मैत्री भावना विच तुसी लैके आनी है। महात्मा बुद्ध ने इस गल उत्ते स्ट्रैस दिती सी कि ये मैत्री भावना तुसी केवल मनुखा वास्ते नहीं करनी, तुसी समस्त जीवां वास्ते करनी है। इस यूनीवर्स विच जितने भी जीव हैं, कीड़े मकोड़े, जानवर, पौधे, फुल, मनुख, देवते, प्रेत, सारे वास्ते तुसी ये प्रण लेना है, तुसी ये संकल्प करना है। पहले आनापाना सती करनी है, आनापाना सती तो बाद तुसी ये कहना है कि हर जीव दा गुस्सा खत्म हो रहा है, हर जीव दा वैर खत्म हो रहा है, हर जीव दी ईर्खा खत्म हो रही है, हर जीव सुखी हो रहा है, सुखी हो रहा है, सुखी हो रहा है, ते हर जीव दा कष्ट हमेशा वास्ते खत्म हो रहा है, हर जीव दा दुख हमेशा वास्ते खत्म हो रहा है। प्यारे दोस्तों, महात्मा बुद्ध दी मेन जिहड़ी रिसर्च सी, मेन जिहड़ा उन्हां दी जिंदगी दा मुख मुद्दा सी, वो समस्त संसार दे दुखां उत्ते ही केंद्रित सी। ते उन्होंने ये बीड़ा चुकिया सी कि सारे समस्त लोगों का दुख किवें खत्म किया जा सकता है। इस तो बाद उन्होंने सब तो प्रसिद्ध संसार दी फेमस मैडिटेशन टैक्नीक विपासना दी कार्ड कट्टी सी। अज क्योंकि साडा विशा विपासना बारे नहीं है, मैं अपने होर किसी वीडियो विच तुहानू विपासना बारे भी चानना पावांगा। फिर महात्मा बुद्ध ने इसनू इंस्टेंटेनियस, शायद महात्मा बुद्ध नू पता सी कि आने वाला युग विच लोग बहुत बिजी हो जाएंगे, हर कुछ वो तुरंत चाहणगे, जिंदगी दे विच इंस्टेंटेनियस चाहणगे। तो महात्मा बुद्ध ने इस टेक्नीक नू इंस्टेंटेनियस टेक्नीक बना के भी लोगों अगे पेश की सी। उन्होंने कहा सी कि चारे दिशावां बारे सोच लो, पहले नॉर्थ बारे सोच लो, फिर ईस्ट वाले सोच लो, फिर वैस्ट बारे सोच लो, फिर साउथ बारे सोच लो। उन्होंने सारे जीवां नू अपने ध्यान विच लियाओ, पहले आनापाना सती करो, तो फिर अपने मन विच कहो कि समस्त जीवां दा गुस्सा खत्म हो जावे, समस्त जीवां दा वैर खत्म हो जावे, समस्त जीवां दा ईर्खा खत्म हो जावे, समस्त जीव सुखी हो जान, सुखी हो जान, सुखी हो जान, ते समस्त जीवां दा दुख हमेशा वास्ते हरिया जावे। ये महात्मा बुद्ध दा रैशनली बिहाइंड मैत्री साधना सी। सो अज मैं सुजैसट करना चाहांगा कि दिन विच एक बार जां
ਸਵੇਰੇ ਜਿਸ ਵੇਲੇ ਸੂਰਜ ਉਗਦਾ ਹੈ ਉਸ ਵੇਲੇ, ਜਾਂ ਰਾਤ ਨੂੰ ਸੌਣ ਤੋਂ ਪਹਿਲੇ ਆਪਣੇ ਬੈੱਡ ਉੱਤੇ ਆਲਤੀ ਪਾਲਥੀ ਮਾਰ ਕੇ ਜੇਕਰ ਤੁਸੀਂ ਇਹ ਸਾਧਨਾ ਕਰਦੇ ਹੋ ਤਾਂ ਮੈਂ ਤੁਹਾਨੂੰ ਅਸ਼ਿਓਰ ਕਰਦਾ ਹਾਂ ਪ੍ਰਿਯ ਦੋਸਤੋ ਕਿ ਤੁਸੀਂ ਇੱਕ ਸੁੱਖ ਦੀ ਨੀਂਦ ਸੋਵੋਗੇ। ਤੁਸੀਂ ਸੁੱਖ ਨਾਲ ਸਵੇਰੇ ਜਾਗੋਗੇ। ਤੁਹਾਡੀ ਦੋਸਤੀ ਸਮਸਤ ਸੰਸਾਰ ਨਾਲ ਹੋ ਜਾਏਗੀ, ਕਿਉਂਕਿ ਇਸ ਦਾ ਨਾਮ ਹੀ ਮੈਤਰੀ ਸਾਧਨਾ ਹੈ। ਤੁਸੀਂ ਹਰਮਨ ਪਿਆਰੇ ਹੋ ਜਾਓਗੇ, ਤੁਸੀਂ ਆਕਰਸ਼ਕ ਹੋ ਜਾਓਗੇ। ਤੁਹਾਡਾ ਅਗਲਾ ਜਨਮ ਵੀ ਸਫਲ ਹੋਵੇਗਾ। ਕੁੰਡਲੀ ਜਾਗਰਣ ਦੀ ਜਿਹੜੀ ਗੱਲ ਕਰਦੇ ਹਾਂ ਉਸ ਦਾ ਜਾਗਰਣ ਹੋਵੇਗਾ। ਜਿਹੜੇ ਤੁਹਾਡੇ ਮੂਲਾਧਾਰ ਚੱਕਰ, ਸਵਾਦਿਸ਼ਠਾਨ ਚੱਕਰ ਜਾਂ ਮਨੀਪੁਰ ਚੱਕਰ ਦੇ ਵਿੱਚ ਜਿਹੜੇ ਬਲੌਕੇਡਸ ਹਨ, ਉਹ ਬਲੌਕੇਡ ਸਾਰੇ ਖੁੱਲਣਗੇ। ਤੁਹਾਡੀ એનર્ਜੀ ਫਲੋ ਹੋਏਗੀ, ਤੁਹਾਡੀ ਥਰਡ ਆਈ ਖੁੱਲੇਗੀ, ਤੁਸੀਂ ਬ੍ਰਹਮੰਡ ਨਾਲ ਜੁੜ ਜਾਓਗੇ ਤੇ ਤੁਹਾਨੂੰ ਤੁਹਾਡੀ ਸਬ ਕੌਨਸ਼ੀਅਸ ਮਾਈਂਡ ਦੀ ਪਾਵਰ ਦਾ ਪਤਾ ਲੱਗੇਗਾ। ਤੇ ਸਭ ਤੋਂ ਮਹੱਤਵਪੂਰਨ ਗੱਲ, ਤੁਹਾਨੂੰ ਜੀਵਨ ਭਰ ਗੁੱਸਾ ਨਹੀਂ ਆਏਗਾ। ਪਰ ਮੈਂ ਇੱਕ ਗੱਲ ਸੁਚੇਤ ਕਰਨਾ ਚਾਹੁੰਦਾ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਗੁੱਸਾ ਯਕਦਮ ਨਹੀਂ ਜਾਏਗਾ, ਗੁੱਸਾ ਹੌਲੀ ਹੌਲੀ ਜਾਏਗਾ। ਤੁਹਾਨੂੰ ਇਹ ਮੈਡੀਟੇਸ਼ਨ ਆਪਣੇ ਦਿਲ ਤੋਂ ਕਰਨੀ ਪਵੇਗੀ। ਤੁਹਾਨੂੰ ਇਹ ਮੈਡੀਟੇਸ਼ਨ ਨਿਰੰਤਰ ਕਰਨੀ ਪਵੇਗੀ। ਤੁਹਾਨੂੰ ਇਸ ਮੈਡੀਟੇਸ਼ਨ ਦੀ ਚਰਮ ਸੀਮਾ ਤੱਕ ਪਹੁੰਚਣਾ ਪਵੇਗਾ। ਤਾਂ ਪਿਆਰੇ ਦੋਸਤੋ, ਇਹ ਹੋ ਹੀ ਨਹੀਂ ਸਕਦਾ ਕਿ ਗੁੱਸਾ ਤੁਹਾਡੇ ਵਿੱਚ ਰਹਿ ਜਾਵੇ। ਤੁਹਾਡੇ ਜੀਵਨ ਵਿੱਚੋਂ ਗੁੱਸਾ ਬਿਲਕੁਲ ਅਲੋਪ ਹੋ ਜਾਵੇਗਾ। ਤੁਹਾਡਾ ਮਨ ਕਰੁਣਾ ਨਾਲ ਭਰ ਜਾਵੇਗਾ। ਤੁਸੀਂ ਸ਼ਾਲੀਨ ਹੋ ਜਾਓਗੇ। ਇਸੇ ਹੀ ਵਿਚਾਰ ਨਾਲ ਮੈਂ ਆਪ ਸਭ ਵਾਸਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਆਪਣੇ ਜੀਵਨ ਵਿੱਚ ਅੱਗੇ ਵੱਧ ਜਾਓ। ਆਪ ਜੀ ਨੂੰ ਆਪਣੇ ਜੀਵਨ ਦਾ ਨੈਕਸਟ ਲੈਵਲ ਪ੍ਰਾਪਤ ਹੋ ਜਾਵੇ। ਜੀਵਨ ਦੀ ਹਰ ਸਫਲਤਾ ਆਪ ਸਭ ਨੂੰ ਮਿਲੇ। ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ। ਧੰਨਵਾਦ। ਮੇਰਾ ਧੰਨਵਾਦ ਤੁਹਾਡੇ ਸਾਰਿਆਂ ਵਾਸਤੇ ਹੈ। ਅੱਜ ਮੇਰਾ ਇਤਨਾ ਲੰਬਾ ਪ੍ਰਵਚਨ ਤੁਸੀਂ ਸੁਣ ਸਕੇ। ਪਿਆਰੇ ਦੋਸਤੋ, ਜਾਂਦੇ ਜਾਂਦੇ ਮੈਂ ਤੁਹਾਨੂੰ ਯਾਦ ਦਿਲਾਣਾ ਚਾਹੁੰਦਾ ਹਾਂ ਕਿ ਮੇਰੇ ਚੈਨਲ ਦਾ ਨਾਮ ਚਲਤੇ ਚਲਤੇ ਕੁਲਦੀਪ ਬੇਦੀ ਹੈ। ਇਸ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਸ਼ੇਅਰ ਕਰੋ, ਬੈਲ ਆਈਕਨ ਨੂੰ ਦਬਾਓ ਤਾਂ ਕਿ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਸਿਰ ਮਿਲ ਸਕੇ ਤੇ ਤੁਸੀਂ ਮੇਰੇ ਨਾਲ ਜੁੜ ਸਕੋ। ਧੰਨਵਾਦ ਦੋਸਤੋ, ਧੰਨਵਾਦ ਅਗੇਨ।